ਵਾਹਿਗੁਰੂ ਸਾਹਿਬ ਜੀਓ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਨਾਨਕ ਨਿਹਫਲ ਜਾਤ ਤਿਹ, ਜਿਉ ਕੁੰਚਰ ਇਸ਼ਨਾਨ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਰਹਿਬਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਅੰਮ੍ਰਿਤ ਉਪਦੇਸ਼ ਸ਼੍ਰੀ ਜਪਜੀ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ, ਜਿੰਦੀ ਵਿਚਾਰ ਸਾਧ ਸੰਗਤ ਗੁਰੂ ਗੋਦ ਵਿੱਚ ਬੈਠ ਕੇ ਆਪ ਪਿਛਲੇ ਦਿਨਾਂ ਤੋਂ ਸਰਵਣ ਕਰ ਰਹੇ ਹੋ। ਬੜੇ ਪਿਆਰ ਨਾਲ ਗੁਰੂ ਘਰ ਦੀ ਮਰਿਆਦਾ ਅਨੁਸਾਰ ਸਤਿਗੁਰਾਂ ਦੀ ਪਾਵਨ ਬਾਣੀ ਦੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਰਵਣ ਕੀਤੇ ਨੇ। ਆਓ ਸਾਹਿਬਾਂ ਦੀ ਪਾਵਨ ਬਾਣੀ ਦੇ ਅੰਦਰੋਂ ਅੱਜ 21 ਨੰਬਰ ਪੌੜੀ, ਜਿੰਦੀ ਵਿਚਾਰ ਸਾਧ ਸੰਗਤ ਆਪਾਂ ਰਲ ਮਿਲ ਕੇ ਸਾਂਝੀ ਕਰਨੀ ਹੈ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਭਾਵੈ ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰ ਗਤ ਤੀਰਥ ਮਲ ਨਾਉ। ਇਹਨਾਂ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਪ ਜਿਤਨੇ ਤਨ ਗੁਰੂ ਹਜ਼ੂਰੀ ਵਿੱਚ ਜੁੜ ਬੈਠੇ ਹੋ, ਕਰੋ ਕਿਰਪਾ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ। ਦੇਹੋ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਇਸ ਪਾਵਨ ਪੌੜੀ ਦੇ ਅੰਦਰ ਜਿੱਥੇ ਮਨੁੱਖ ਨੂੰ ਇਹ ਸਮਝਾਇਆ ਹੈ ਵੀ ਧਰਮ ਦੇ ਨਾਮ ਤੇ ਤੇਰੇ ਕੀਤੇ ਹੋਏ ਫੋਕਟ ਕਰਮ, ਦਿਖਾਵੇ ਦੇ ਜਿਹੜੇ ਕਰਮ ਨੇ, ਉਹਨਾਂ ਦਾ ਤੇਰੇ ਆਤਮਿਕ ਜੀਵਨ ਵਿੱਚ ਕੋਈ ਲਾਭ ਨਹੀਂ। ਉੱਥੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ। ਧਰਮ ਦੇ ਆਗੂ ਨੂੰ ਮੁਖਾਤਬ ਹੋ ਕੇ ਧਰਮ ਦੀ ਦੁਨੀਆ ਦੇ ਵਿੱਚ ਅਨੇਕਾਂ ਭਰਮ ਪੈਦਾ ਕਰਨ ਵਾਲੇ ਇਨਸਾਨ ਨੂੰ ਮੁਖਾਤਬ ਹੋ ਕੇ ਇਹ ਬਚਨ ਆਖੇ ਨੇ ਕਿ हे ਬੰਦਿਆ, ਤੂੰ ਪਰਮਾਤਮਾ ਬਾਰੇ ਅਨੇਕਾਂ ਕਿਆਸ ਲਾ ਕੇ ਤੇ ਦੱਸਦਾ ਹੈ, ਪਰ ਅਸਲ ਵਿੱਚ ਉਹ ਪਤਾ ਤੈਨੂੰ ਵੀ ਨਹੀਂ ਕਿ ਉਹ ਸਮਾਂ ਕਿਹੜਾ ਸੀ, ਉਹ ਵਕਤ ਕਿਹੜਾ ਸੀ, ਉਹ ਮਹੀਨਾ ਕਿਹੜਾ ਸੀ, ਉਹ ਥਿਤ ਕਿਹੜੀ ਸੀ, ਉਹ ਵਾਰ ਕਿਹੜਾ ਸੀ, ਜਿਸ ਵਕਤ ਉਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਨੂੰ, ਇਸ ਸੰਸਾਰ ਨੂੰ, ਇਸ ਜਗਤ ਨੂੰ ਰਚਿਆ। ਆਓ ਇਹਨਾਂ ਪਾਵਨ ਸ਼ਬਦਾਂ ਨੂੰ ਆਪਾਂ ਸਮਝਣ ਦਾ ਯਤਨ ਕਰੀਏ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਸਭ ਕਹਿੰਦੇ ਨੇ ਤੀਰਥ ਤਪ ਦਇਆ ਦਤ ਦਾਨ। ਤੀਰਥ ਸ਼ਬਦ ਦਾ ਭਾਵ ਹੈ ਜਿਹੜੇ ਬਾਹਰਮੁਖੀ ਤੀਰਥ ਨੇ। ਮੈਂ ਬਾਹਰਮੁਖੀ ਤੀਰਥ ਸ਼ਬਦ ਇਸ ਕਰਕੇ ਵਰਤਿਆ ਕਿਉਂਕਿ ਅੱਗੇ ਜਾ ਕੇ ਇਹ ਵੀ ਸ਼ਬਦ ਆਣਾ ਹੈ, ਅੰਤਰਗਤ ਤੀਰਥ ਮਲ ਨਾਉ। ਜਿੱਥੇ ਸਤਿਗੁਰ ਨੇ ਬਾਣੀ ਵਿੱਚ ਬਾਹਰਮੁਖੀ ਤੀਰਥ ਦੀ ਗੱਲ ਕੀਤੀ ਹੈ, ਜਿਸ ਪ੍ਰਕਰਨ ਨੂੰ ਸਤਿਗੁਰਾਂ ਨੇ ਇਸ ਤੋਂ ਪਹਿਲਾਂ ਵੀ 2 ਵਾਰ ਸਾਡੇ ਸਾਹਮਣੇ ਰੱਖਿਆ ਹੈ। ਇੱਕ ਤੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਆਪਾਂ ਵਿਚਾਰ ਕੇ ਆਏ ਹਾਂ ਵੀ ਸੋਚੈ ਸੋਚ ਨਾ ਹੋਵੇ ਜੇ ਸੋਚੀ ਲਖਵਾਰ। ਉੱਥੇ ਵੀ ਭਾਵ ਸੁਚਮਤਾ ਤੋਂ ਹੈ, ਤੀਰਥਾਂ ਦੇ ਇਸ਼ਨਾਨ ਤੋਂ ਹੈ। ਫਿਰ ਆਪ ਜੀ 6ਵੀਂ ਪੌੜੀ ਵਿੱਚ ਪੜ੍ਹ ਕੇ ਆਇਓ, ਜਿੱਥੇ ਦਾਤਾਰ ਪਿਤਾ ਜੀ ਨੇ ਬਚਨ ਕਹੇ, ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਏ ਕਰੀ। ਕਿ ਮੈਂ ਤੀਰਥ ਤੇ ਨਾਵਾਂ ਪਰ ਸਤਿਗੁਰ ਜੇ ਤੈਨੂੰ ਪਾ ਜਾਵਾਂ।
ਅੱਜ ਵੀ ਸਤਿਗੁਰ ਨੇ ਇਹਨਾਂ ਬਾਹਰਮੁਖੀ ਫੋਕਟ ਕਰਮਾਂ ਦਾ ਜ਼ਿਕਰ ਕੀਤਾ ਹੈ। ਧਿਆਨ ਦੇਣਾ, ਜਿੰਨੇ ਕਰਮ ਨੇ ਇਹ ਧਰਮ ਦੀ ਦੁਨੀਆ ਦੇ ਵਿੱਚ ਬੜੀ ਇੰਪੋਰਟੈਂਸ ਰੱਖਦੇ ਨੇ, ਬੜੀ ਮਹਾਨਤਾ ਰੱਖਦੇ ਨੇ। ਪਰ ਜੀਵਨ ਦੇ ਅੰਦਰ ਕੀਤਾ ਹੋਇਆ ਹਰ ਕਰਮ ਜੇ ਉਹ ਸੱਚੇ ਗਿਆਨ ਤੋਂ ਸਖਣਾ ਹੈ, ਜੇ ਸਿਰਫ ਉਹ ਬਾਹਰਮੁਖੀ ਇੱਕ ਦਿਖਾਵਾ ਹੈ, ਤੇ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਨੇ ਉਸ ਕਰਮ ਨੂੰ ਕੰਡੈਮ ਕੀਤਾ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਤੀਰਥਾਂ ਤੇ ਇਸ਼ਨਾਨ ਕਰਨਾ, ਤਪ ਦਾ ਆਖਰੀ ਅਰਥ ਹੈ ਤਪਾਣਾ, ਸਰੀਰ ਨੂੰ ਤਪਾਣਾ ਜਾਂ ਸਰੀਰ ਦੇ ਰਾਹੀਂ ਤਪ ਕਰਨੇ। ਉਹ ਅਨੇਕਾਂ ਜੁਗਤਾਂ ਨੇ, ਅਨੇਕਾਂ ਢੰਗ ਨੇ, ਬੰਦਾ ਅਨੇਕਾਂ ਤਰੀਕੇ ਨਾਲ ਸਰੀਰ ਨੂੰ ਦੁੱਖ ਦੇ ਕੇ ਤਪ ਕਰਦਾ ਹੈ। ਕਿਤੇ ਧੂਣੀਆਂ ਤਪਾ ਕੇ ਬੈਠਦਾ ਹੈ, ਕਿਤੇ ਅੱਤ ਦੀ ਗਰਮੀ ਦੇ ਵਿੱਚ ਗਰਮ ਪਾਣੀ ਦੇ ਵਿੱਚ ਖੜਾ ਹੋ ਕੇ ਤਪ ਕਰਦਾ ਹੈ, ਕਿਤੇ ਅੱਤ ਦੀ ਸਰਦੀ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਖੜਾ ਹੋ ਕੇ ਤਪ ਕਰਦਾ ਹੈ, ਕਿਤੇ ਕਿਸੇ ਰੁੱਖ ਤੇ ਪੁੱਠਾ ਲਟਕ ਕੇ ਤਪ ਕਰਦਾ ਹੈ। ਇਹ ਤਪ ਦੇ ਅਨੇਕਾਂ ਜੁਗਤਾਂ ਨੇ, ਅਨੇਕਾਂ ਢੰਗਾਂ ਨਾਲ ਮਨੁੱਖ ਪਰਮਾਤਮਾ ਨੂੰ ਰਿਝਾਣ ਦੇ ਲਈ, ਇੰਜ ਕਹਿ ਲੋ ਵੀ ਪਰਮਾਤਮਾ ਦੀ ਪ੍ਰਾਪਤੀ ਦੇ ਲਈ ਇਹੋ ਜਿਹੇ ਦਿਖਾਵੇ ਦੇ ਕਰਮ ਮਨੁੱਖ ਅਨੇਕਾਂ ਕਰਦਾ ਹੈ। ਫਿਰ ਸਤਿਗੁਰ ਜੀ ਕਹਿੰਦੇ ਨੇ ਦਇਆ। ਧਿਆਨ ਦੇਣਾ, ਦਇਆ ਬੜਾ ਵੱਡਾ ਗੁਣ ਹੈ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਦਇਆ ਸ਼ਬਦ ਜਿਹੜਾ ਵਰਤਿਆ, ਉਹਦਾ ਪ੍ਰਕਰਨ ਉਹ ਕਿਸੇ ਹੋਰ ਭਾਵ ਦੇ ਵਿੱਚ ਲਿਆ। ਇੱਕ ਤੇ ਸਾਧ ਸੰਗਤ ਦਇਆ ਸ਼ਬਦ ਪਿੱਛੇ ਆਇਆ ਵੀ ਸਭ ਨੇ ਆਖਿਆ ਵੀ ਧੌਲ ਧਰਮ ਦਇਆ ਕਾ ਪੂਤ। ਜੇ ਤੇਰੇ ਅੰਦਰ ਦਇਆ ਨਹੀਂ ਤੇ ਸਤਿਗੁਰ ਕਹਿੰਦੇ ਨੇ ਧਰਮ ਦਾ ਵਿਕਾਸ ਤੇਰੇ ਅੰਦਰ ਨਹੀਂ ਹੋ ਸਕਦਾ। ਇੱਥੇ ਜਿਹੜੀ ਸਤਿਗੁਰ ਨੇ ਦਇਆ ਦਾ ਪ੍ਰਕਰਨ ਲਿਆ ਏ, ਉਸ ਦਇਆ ਦਾ ਭਾਵੇ ਵੀ ਹੇ ਮਨੁੱਖ, ਤੂੰ ਬਾਹਰਮੁਖੀ ਦਇਆ ਤੇ ਕਰਨਾ ਹੈ, ਪਰ ਉਸ ਦਇਆ ਦੇ ਪਿੱਛੇ ਤੇਰਾ ਆਪਣਾ ਨਿੱਜ ਕੋਈ ਸਵਾਰਥ ਹੁੰਦਾ ਹੈ, ਪਰ ਤੇਰੇ ਅੰਦਰ ਉਸ ਦਇਆ ਦੀ ਭਾਵਨਾ ਨਹੀਂ। ਭਾਵ ਤੂੰ ਅਸਲ ਵਿੱਚੋਂ ਦਇਆ ਦੇ ਪ੍ਰਕਰਨ ਨੂੰ, ਦਇਆ ਦੇ ਕਰਮ ਨੂੰ ਨਹੀਂ ਚਾਹੁੰਦਾ। ਤੂੰ ਇਸ ਕਰਕੇ ਕਰ ਰਿਹਾ ਵੀ ਤੈਨੂੰ ਉਹਦੇ ਪਿੱਛੋਂ ਕੁਝ ਮਿਲ ਜਾਏ। ਫਿਰ ਪਾਤਸ਼ਾਹ ਕਹਿੰਦੇ ਨੇ ਦਤ ਦਾ ਮਤਲਬ ਹੈ ਦੇਣਾ, ਦਾਨ ਦਾ ਮਤਲਬ ਹੈ ਦਾਨ। ਦਿੱਤੀ ਹੋਈ ਕੋਈ ਵੀ ਸੰਸਾਰ ਦੀ ਪੂੰਜੀ, ਪਦਾਰਥ ਆਦਿਕ ਜਿਹੜਾ ਮਨੁੱਖ ਆਪਣੀ ਸੰਸਾਰਿਕ ਉਪਜੀਵਕਾ ਦੇ ਵਿੱਚੋਂ ਕਿਸੇ ਲਈ ਕੁਝ ਦਿੰਦਾ ਹੈ, ਪਰ ਜੇ ਉਹ ਦਿੱਤਾ ਹੋਇਆ ਦਾਨ ਵੀ ਸਿਰਫ ਉਹ ਕਿਸੇ ਮੰਤਵ ਲਈ ਹੈ ਵੀ ਮੈਂ ਇਹ ਦਾਨ ਦੇਵਾਂ ਤੇ ਇਹਦੇ ਬਦਲੇ ਵਿੱਚ ਮੈਨੂੰ ਇਹ ਮਿਲ ਜਾਏ, ਉਹਦੇ ਪਿੱਛੇ ਸਮੁੱਚੀ ਮਾਨਵਤਾ ਦੇ ਭਲੇ ਦੀ ਗੱਲ ਨਾ ਹੋਵੇ, ਉਹ ਸਿਰਫ ਬੰਦਾ ਆਪਣੇ ਨਿੱਜ ਸਵਾਰਥ ਲਈ ਦੇ ਰਿਹਾ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਇਹ ਸਾਰੇ ਕਰਮ ਜੇ ਕੋ ਪਾਵੇ ਤਿਲ ਕਾ ਮਾਨ। ਸਤਿਗੁਰ ਕਹਿੰਦੇ ਨੇ ਜੇ ਇੰਨੇ ਕਰਮ ਕਰਨ ਦੇ ਨਾਲ ਕੋਈ ਬੰਦੇ ਨੂੰ ਮਿਲਦਾ ਵੀ ਹੈ ਕੁਝ, ਭਾਵ ਕੋਈ ਮਨੁੱਖ ਕੁਝ ਪਾ ਵੀ ਲਏ, ਤੇ ਸਤਿਗੁਰ ਕਹਿੰਦੇ ਨੇ ਇੱਕ ਤਿਲ ਜਿੰਨਾ ਮਾਣ ਹੀ ਪ੍ਰਾਪਤ ਕਰਦਾ, ਇਸ ਤੋਂ ਵੱਧ ਕੇ ਕੁਝ ਵੀ ਨਹੀਂ। ਆਓ ਗੁਰੂ ਕੀ ਬਾਣੀ ਵਿੱਚੋਂ ਸਮਝੀਏ ਵੀ ਕਿਵੇਂ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ। ਜਦੋਂ ਆਪ ਸਤਿਗੁਰਾਂ ਦੇ ਪਾਵਨ ਸ਼ਲੋਕ ਵਾਰਾਂ ਤੇ ਵਧੀਕ ਵਿੱਚ ਪੜ੍ਹਦੇ ਹੋ, ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਤੀਰਥ ਬਰਤ ਅਰਦਾਨ ਕਰ, ਮਨ ਮੈਂ ਤਰੈ ਗੁਮਾਨ। ਪਾਤਸ਼ਾਹ ਕਹਿੰਦੇ ਨੇ ਤੀਰਥਾਂ ਤੇ ਗਿਆ, ਦਾਨ ਦਿੱਤਾ, ਵਰਤ ਰੱਖੇ, ਤੀਰਥ ਬਰਤ ਅਰਦਾਨ ਕਰ। ਇੰਨਾ ਕੁਝ ਕਰਨ ਤੋਂ ਬਾਅਦ ਸਾਹਿਬ ਕਹਿੰਦੇ ਨੇ ਫਿਰ ਮਨ ਮੈਂ ਧਰੈ ਗੁਮਾਨ। ਮਨ ਦੇ ਵਿੱਚ ਮਾਨ ਆ ਗਿਆ, ਮਨ ਦੇ ਵਿੱਚ ਅਹੰਕਾਰ ਆ ਗਿਆ ਵੀ ਮੈਂ ਦਾਨ ਦੇ ਰਿਹਾ, ਮੈਂ ਤੀਰਥ ਤੇ ਗਿਆ। ਸਤਿਗੁਰ ਜੀ ਨੇ ਤਾਂ ਹੀ ਬਾਣੀ ਵਿੱਚ ਇੱਕ ਸ਼ਬਦ ਵਰਤਿਆ। ਪਾਤਸ਼ਾਹ ਕਹਿੰਦੇ ਨੇ ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਇੱਕ ਭਾਉ ਲੱਥੀ ਨਾਤਿਆਂ, ਦੋਏ ਪਾ ਚੜੀਅਸ ਹੋਰ। ਸਤਿਗੁਰ ਕਹਿੰਦੇ ਨੇ ਗਿਆ ਸੀ ਮਨ ਦੇ ਅੰਦਰ ਦੀ ਮੈਲ ਲਾਹਣ ਦੇ ਲਈ, ਕਿਉਂਕਿ ਸਾਧ ਸੰਗਤ ਤੇ ਪਿੱਛੇ ਆਪਾਂ ਵਿਚਾਰ ਚੁੱਕੇ ਹਾਂ ਵੀ ਸਤਿਗੁਰਾਂ ਨੇ ਇਹ ਸਾਡੇ ਲਈ ਦਾਤਾਂ ਕਿਉਂ ਸੰਸਾਰ ਅੰਦਰ ਸਾਨੂੰ ਦਿੱਤੀਆਂ, ਇਹ ਅਸਥਾਨ ਸਤਿਗੁਰਾਂ ਨੇ ਕਿਉਂ ਬਣਾਏ ਸਨ। ਇਹਨਾਂ ਦੇ ਪਿੱਛੇ ਇੱਕ ਸਤਿਗੁਰਾਂ ਦੀ ਬਹੁਤ ਵੱਡੀ ਜਿਹੜੀ ਸੰਸਾਰ ਦੇ ਇਕਸਾਰਤਾ ਦੇ ਲਈ ਸਤਿਗੁਰਾਂ ਦੀ ਜਿਹੜੀ ਮਨਸ਼ਾ ਸੀ, ਅੱਜ ਅਸੀਂ ਉਹਨੂੰ ਢਾਹ ਲਾ ਕੇ ਤੇ ਸਿਰਫ ਤੀਰਥਾਂ ਦਾ ਪ੍ਰਯੋਜਨ ਕੁਝ ਹੋਰ ਬਣਾ ਲਿਆ।
ਔਰ ਉਹ ਤੀਰਥਾਂ ਦਾ ਪ੍ਰਯੋਜਨ ਸਿਰਫ ਇਹ ਹੈ ਵੀ ਤੀਰਥ ਤੇ ਜਾ ਕੇ ਤੇ ਮੈਂ ਇਸ਼ਨਾਨ ਕਰਾਂ ਤੇ ਮੇਰੇ ਮਨ ਦੀ ਮੈਲ ਲੈ ਜਾਏ, ਮੈਂ ਮੁਕਤ ਹੋ ਜਾਵਾਂ, ਮੈਂ ਪਵਿੱਤਰ ਹੋ ਜਾਵਾਂ। ਇਹ ਅਸਲ ਵਿੱਚ ਸਨਾਤਨ ਧਰਮ ਦੇ ਵਿੱਚੋਂ ਨਿਕਲੀ ਹੋਈ ਵਿਚਾਰਧਾਰਾ ਹੈ ਕਿ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਬੰਦਾ ਮੁਕਤ ਹੋ ਜਾਂਦਾ ਹੈ, ਬੰਦੇ ਦੇ ਪਾਪ ਧੁੱਲ ਜਾਂਦੇ ਨੇ। ਪਰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਤੀਰਥ ਤੇ ਇਸ਼ਨਾਨ ਕੀਤਿਆਂ ਨਹੀਂ ਪਾਪ ਧੁੱਲਦੇ। ਅਸਲ ਤੀਰਥ ਹੈ ਗੁਰੂ ਦਾ ਸ਼ਬਦ, ਗੁਰੂ ਦਾ ਨਾਮ, ਸਤਿਗੁਰ ਦਾ ਉਪਦੇਸ਼। ਜਦੋਂ ਗੁਰੂ ਦੇ ਤੀਰਥ ਤੇ, ਗੁਰੂ ਰੂਪੀ ਤੀਰਥ ਤੇ ਇਸ਼ਨਾਨ ਕਰ ਲੇਗਾ, ਨਾਮ ਦੇ ਅੰਦਰ ਇਸ਼ਨਾਨ ਕਰ ਲੇਗਾ, ਸਤਿਗੁਰ ਕਹਿੰਦੇ ਨੇ ਉਸ ਦਿਨ ਤੇਰੇ ਅੰਦਰ ਦੀ ਮੈਲ ਦੂਰ ਹੋਣੀ ਹੈ। ਸਾਧ ਸੰਗਤ, ਤਨ ਦੀ ਮੈਲ, ਕਿਉਂਕਿ ਆਪਾਂ ਕੱਲ ਵੀ ਵਿਚਾਰ ਕੇ ਗਏ ਹਾਂ, ਸਰੀਰ ਦੀ ਮੈਲ ਪਾਣੀ ਨਾਲ ਧੁੱਲ ਜਾਏਗੀ, ਪਰ ਮਨ ਦੀ ਮੈਲ ਪਾਣੀ ਨਾਲ ਧੁਲੇਗੀ ਨਹੀਂ, ਕਿਉਂਕਿ ਮਨ ਵਿਚਾਰਾਂ ਦੇ ਨਾਲ ਮੈਲਾ ਹੈ। ਮਨ ਮਿੱਟੀ ਨਾਲ ਜਾਂ ਗੰਦਗੀ ਦੇ ਨਾਲ ਮੈਲਾ ਨਹੀਂ ਹੋਇਆ। ਮਨ ਮੈਲਾ ਹੈ ਫੁਰਨਿਆਂ ਕਰਕੇ। ਜਦੋਂ ਇਹਦੇ ਅੰਦਰ ਮੈੜੇ ਫੁਰਨੇ ਪੈਦਾ ਹੋਏ, ਕਿਸੇ ਨੂੰ ਵੇਖ ਕੇ, ਕਿਸੇ ਦਾ ਧਨ ਵੇਖ ਕੇ, ਕਿਸੇ ਪਦਾਰਥ ਵੇਖ ਕੇ, ਜਦੋਂ ਇਹਦੇ ਅੰਦਰ ਮਾੜੇ ਫੁਰਨੇ ਪੈਦਾ ਹੋਏ, ਉਹ ਜਿਹੜੇ ਅੰਦਰ ਪੈਦਾ ਹੋਏ ਫੁਰਨੇ ਨੇ, ਉਹਨਾਂ ਨੇ ਇਸ ਮਨ ਨੂੰ ਮੈਲਾ ਕੀਤਾ ਹੈ। ਤੇ ਇਹ ਤਾਂ ਅੰਦਰ ਦੀ ਮੈਲ ਜਾਏਗੀ ਜਦੋਂ ਫੁਰਨੇ ਪਵਿੱਤਰ ਹੋ ਜਾਣਗੇ, ਜਦੋਂ ਦੀ ਅੰਦਰ ਸੁਰਤ ਪਵਿੱਤਰ ਹੋ ਜਾਏਗੀ। ਇਸੇ ਕਰਕੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ, ਜੇ ਕੋ ਭਾਵੈ ਤਿਲ ਕਾ ਮਾਨ। ਤੇ ਪਾਤਸ਼ਾਹ ਗੁਰੂ ਅਰਜੁਨ ਦੇਵ ਪਾਤਸ਼ਾਹ ਜੀ ਕਹਿੰਦੇ ਨੇ, ਇੱਕ ਭਾਉ ਲੱਥੀ ਨਾਤਿਆਂ ਦੋਏ ਪਾ ਚੜੀਏ ਸਹੋਰ। ਬੰਦਾ ਲਾਣ ਗਿਆ ਸੀ ਮੈਲ, ਪਰ ਦੁਗਣੀ ਮੈਲ ਲੈ ਕੇ ਆਇਆ। ਇੱਕ ਤੇ ਇਹ ਮੈਲ ਲੈ ਕੇ ਆਇਆ ਵੀ ਅੱਜ ਮੈਂ ਤੀਰਥ ਤੇ ਨਹਾ ਕੇ ਪਵਿੱਤਰ ਹੋ ਗਿਆ, ਇੱਕ ਹਉਮੈ ਦੀ ਮੈਲ ਲੈ ਕੇ ਆ ਗਿਆ ਆਪਣੇ ਨਾਲ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਨੇ, ਗਿਆ ਸੀ ਮੈਲ ਲਾਣ ਲਈ, ਪਰ ਦੁਗਣੀ ਮੈਲ ਲੈ ਕੇ ਆਪਣੇ ਨਾਲ ਆਇਆ। ਪਰ ਅੱਗੇ ਇੱਕ ਬੜਾ ਪਿਆਰਾ ਬਚਨ ਸਤਿਗੁਰ ਕਹਿੰਦੇ ਨੇ, ਸਾਧ ਭਲੇ ਅਨਨਾਤਿਆਂ ਚੋਰ ਸੇ ਚੋਰਾਂ ਚੋਰ। ਸਾਹਿਬ ਕਹਿੰਦੇ ਨੇ, ਮੰਨ ਲਓ ਉਸੇ ਤੀਰਥ ਤੇ ਕੋਈ ਬੰਦਾ ਜਿਹੜਾ ਬਾਹਰ ਮੁਖੀ ਚੋਰੀਆਂ ਕਰਦਾ ਹੈ, ਉਹ ਬੰਦਾ ਉਸੇ ਤੀਰਥ ਤੇ ਇਸ਼ਨਾਨ ਕਰਦਾ ਹੈ। ਉਸ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਦੀ ਚੋਰੀ ਕਰਨ ਦੀ ਬਿਰਤੀ ਮਰ ਗਈ ਨਹੀਂ। ਸਾਹਿਬ ਕਹਿੰਦੇ ਨੇ, ਉਹ ਤੋਂ ਚੋਰੀ ਕਰਦਾ ਤੀਰਥ ਤੇ ਤਾਂ ਇਸ਼ਨਾਨ ਕਰਨ ਗਿਆ ਤਾਂ ਕਿ ਮੇਰੇ ਪਿਛਲੇ ਕੀਤੇ ਹੋਏ ਕਰਮ ਧੁੱਲ ਜਾਣ। ਪਰ ਜਦੋਂ ਕਰਕੇ ਵਾਪਸ ਆਇਆ, ਉਦੋਂ ਦੇ ਅੰਦਰ ਇੱਕ ਵਿਚਾਰ ਪੈਦਾ ਹੋ ਗਈ ਵੀ ਤੇਰੇ ਪਹਿਲੇ ਕੀਤੇ ਕਰਮ ਤੇ ਮਾਫ ਹੋ ਗਏ ਨੇ, ਹੁਣ ਅਗਲੇ ਤੂੰ ਰੱਜ ਕੇ ਹੋਰ ਕਮਾ ਲੈ, ਹੁਣ ਅਗਲੇ ਕਰਮ ਤੂੰ ਹੋਰ ਦੁੱਗਣੇ ਭਾਵਨਾ ਨਾਲ, ਦੁੱਗਣੀ ਜ਼ੋਰਦਾਰੀ ਨਾਲ ਕਮਾ। ਹੋਰ ਬੰਦਾ ਜ਼ੋਰ ਲਾਉਂਦਾ ਹੈ, ਕਹਿੰਦਾ ਕੋਈ ਗੱਲ ਨਹੀਂ, ਆਉਣ ਵਾਲੇ ਸਾਲ ਨੂੰ ਫਿਰ ਤੀਰਥ ਤੇ ਚਲੇ ਜਾਵਾਂਗੇ, ਫਿਰ ਇਸ਼ਨਾਨ ਕਰਕੇ ਫਿਰ ਆਪਣੀ ਮੈਲ ਲਾਵਾਂਗੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਚੋਰ ਭਲੇ ਸਾਧ ਭਲੇ ਅਨਨਾਤਿਆਂ ਚੋਰ ਸੇ ਚੋਰਾਂ ਚੋਰ। ਸਾਹਿਬ ਕਹਿੰਦੇ ਨੇ, ਚੋਰ ਦੀ ਬਿਰਤੀ ਨਹੀਂ ਬਦਲਦੀ, ਉਹ ਚੋਰ ਹੀ ਰਹਿੰਦਾ ਹੈ। ਪਰ ਸਾਧ ਨਾ ਵੀ ਨਾਨ ਤੇ ਸਤਿਗੁਰ ਕਹਿੰਦੇ ਨੇ, ਰੱਬ ਦੇ ਪਿਆਰੇ ਤਾਂ ਵੀ ਸਾਧ ਹੀ ਰਹਿੰਦੇ ਨੇ। ਜੇ ਸਾਧ ਮੰਨ ਲਓ, ਰੱਬ ਦੀ ਉਪਮਾ ਕਰਨ ਵਾਲਾ, ਰੱਬ ਦੀ ਵਡਿਆਈ ਕਰਨ ਵਾਲਾ ਕਦੀ ਕਿਸੇ ਤੀਰਥ ਤੇ ਨਹੀਂ ਗਿਆ, ਤੇ ਇਹਦਾ ਮਤਲਬ ਇਹ ਨਹੀਂ ਹੈ ਵੀ ਉਹ ਰੱਬ ਦਾ ਪਿਆਰਾ ਕਦੀ ਪਵਿੱਤਰ ਨਹੀਂ ਹੋਏਗਾ। ਉਹ ਪਵਿੱਤਰ ਨਹੀਂ ਹੈ, ਉਹ ਕਦੀ ਮੁਕਤ ਨਹੀਂ ਹੋਏਗਾ, ਕਿਉਂਕਿ ਉਹਨੂੰ ਸਮਝ ਆ ਗਈ ਹੈ ਕਿ ਮੁਕਤੀ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਨਹੀਂ ਮਿਲਦੀ। ਮੁਕਤੀ ਮਿਲਦੀ ਹੈ ਗੁਰੂ ਦੇ ਉਪਦੇਸ਼ ਦੇ ਨਾਲ ਜੁੜਿਆ। ਧੰਨ ਗੁਰੂ ਨਾਨਕ ਸਾਹਿਬ ਜੀ ਇਸੇ ਕਰਕੇ ਕਹਿ ਰਹੇ ਨੇ, ਗੁਰੂ ਅਰਜਨ ਤੇਗ ਬਹਾਦਰ ਸਾਹਿਬ ਜੀ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਸਤਿਗੁਰ ਕਹਿੰਦੇ ਨੇ, ਤੇ ਇਸੇ ਤਰ੍ਹਾਂ ਹੈ ਜਿਵੇਂ ਪਾਣੀ ਦੇ ਅੰਦਰ ਕੁੰਚਰ ਭਾਵ ਹਾਥੀ ਇਸ਼ਨਾਨ ਕਰੇ, ਉਹਨੂੰ ਮਲ ਮਲ ਕੇ ਨਵਾਇਆ ਜਾਏ, ਉਹਦੀ ਮੈਲ ਲਾਈ ਜਾਏ, ਪਰ ਜਦੋਂ ਮੈਲ ਲਾ ਕੇ ਉਹਨੂੰ ਬਾਹਰ ਕੱਢਿਆ ਪਾਣੀ ਤੋਂ, ਜਿਹੜਾ ਬਾਹਰ ਮਿੱਟੀ ਸੀ, ਚਿੱਕੜ ਸੀ, ਸਤਿਗੁਰ ਕਹਿੰਦੇ ਨੇ ਬਾਹਰ ਨਿਕਲਦਿਆਂ ਨਾਲ ਉਹ ਫਿਰ ਉਸ ਚਿੱਕੜ ਦੇ ਅੰਦਰ ਲੱਥਪੱਥ ਹੋ ਗਿਆ, ਫਿਰ ਲੇਟਣ ਲੱਗ ਪਿਆ। ਹੁਣ ਸਤਿਗੁਰ ਕਹਿੰਦੇ ਨੇ, ਦੱਸੋ ਉਹਨੂੰ ਮਲ ਮਲ ਕੇ ਨਵਾਉਣ ਦਾ ਕੀ ਲਾਭ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਬਾਹਰ ਦੀ ਮੈਲ, ਤਨ ਦੀ ਮੈਲ ਧੋਣ ਦਾ ਕੀ ਲਾਭ ਜੇ ਤੇਰੇ ਅੰਦਰ ਦੀ ਮੈਲ ਹੀ ਨਹੀਂ ਧੁਲੀ। ਇਹਨੂੰ ਹੀ ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ, ਜੇ ਕੋ ਪਾਵੈ ਤਿਲ ਕਾ ਮਾਨ। ਸਤਿਗੁਰ ਕਹਿੰਦੇ ਨੇ, ਇਹਦੇ ਨਾਲ ਤੈਨੂੰ ਤਿਲ ਜਿੰਨਾ ਮਾਨ ਵੀ ਨਹੀਂ ਮਿਲਣਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਦੀ ਬੜੀ ਪਿਆਰੀ ਘਟਨਾ ਹੈ ਨਾ, ਕਿ ਜਿਹੜਾ ਜਸਵੰਤ ਰਾਏ ਚੋਰ ਸੀ, ਇਹ ਮਨ ਦੀ ਮਨਸ਼ਾ ਲੈ ਕੇ ਗਿਆ ਵੀ ਸੰਗਤਾਂ ਬੜੀਆਂ ਜਾ ਰਹੀਆਂ ਨੇ, ਰਸਤੇ 'ਚ ਸਬੱਬ ਬਣੇਗਾ। ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਬੇਅੰਤ ਸੰਗਤਾਂ ਜਾ ਰਹੀਆਂ ਨੇ, ਰਸਤੇ 'ਚ ਜਿਹੜੇ ਲੋਕ ਸਬੱਬ ਬਣੇਗਾ, ਉਹਨਾਂ ਦੀ ਮਾਇਆ, ਉਹਨਾਂ ਦੇ ਪਦਾਰਥ ਚੋਰੀ ਕਰ ਲਵਾਂਗਾ।
ਇਹਨੇ ਆਪਣੀ ਮਨਸ਼ਾ ਪੂਰੀ ਵੀ ਕੀਤੀ, ਦਰਬਾਰ ਤੱਕ ਜਾਂਦਿਆਂ ਚੋਰੀਆਂ ਕੀਤੀਆਂ ਵੀ। ਗੁਰੂ ਦਰਬਾਰ ਦੇ ਵਿੱਚ ਇਹ ਗੱਲ ਜ਼ੋਰਾਂ ਨਾਲ ਪ੍ਰਚਾਰੀ ਜਾਣ ਲੱਗੀ ਵੀ ਸਤਿਗੁਰ ਪਾਤਸ਼ਾਹ ਜੀ, ਸੰਗਤ ਵਿੱਚ ਕੋਈ ਐਸੀ ਮਨਸ਼ਾ ਵਾਲਾ ਬੰਦਾ ਹੈ ਜਿਹੜਾ ਰੋਜ਼ ਸੰਗਤਾਂ ਦੀ ਮਾਇਆ ਪਦਾਰਥ ਚੋਰੀ ਕਰ ਰਿਹਾ ਹੈ। ਧੰਨ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਨੇ ਭਰੀ ਸੰਗਤ ਦੇ ਵਿੱਚੋਂ ਜਸਵੰਤ ਰਾਏ ਨੂੰ ਆਪਣੇ ਕੋਲੋਂ ਬੁਲਾ ਕੇ ਇੱਕੋ ਹੀ ਗੱਲ ਪੁੱਛੀ ਸੀ, ਜਸਵੰਤ ਰਾਏ ਮੈਨੂੰ ਇੱਕ ਗੱਲ ਦੱਸ, ਇਸ ਸੰਸਾਰ ਦੇ ਅੰਦਰ ਜਦੋਂ ਕੋਈ ਇਨਸਾਨ ਚੋਰੀ ਕਰਦਿਆਂ ਫੜਿਆ ਜਾਏ, ਉਹਨੂੰ ਦਰਬਾਰ ਦੇ ਵਿੱਚ ਰਾਜੇ ਦੇ ਸਾਹਮਣੇ, ਹਕੂਮਤ ਦੇ ਸਾਹਮਣੇ ਪੇਸ਼ ਕੀਤਾ ਜਾਏ, ਸਰਕਾਰ ਦੇ ਸਾਹਮਣੇ ਪੇਸ਼ ਕੀਤਾ ਜਾਏ, ਦੱਸੋ ਉਸ ਚੋਰ ਦੀ ਹਾਮੀ ਭਰਨ ਕੋਈ ਆਏਗਾ? ਕਹੇਗਾ ਵੀ ਇਹ ਨਹੀਂ, ਇਹਨੂੰ ਛੱਡ ਦਿਓ, ਇਹਦੀ ਹਾਮੀ ਅਸੀਂ ਭਰਨੇ, ਅੱਜ ਤੋਂ ਬਾਅਦ ਇਹ ਨਹੀਂ ਕਰੇਗਾ। ਜਸਵੰਤ ਰਾਏ ਕਹਿੰਦਾ, ਸਤਿਗੁਰੂ ਚੋਰ ਦੀ ਹਾਮਾ ਕੌਣ ਭਰੇਗਾ? ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਕਹਿਣ ਲੱਗੇ, ਭਲਿਆ ਜੇ ਚੋਰ ਦੀ ਹਾਮਾ ਇੱਥੇ ਕੋਈ ਨਹੀਂ ਭਰਦਾ ਤੇ ਸੱਚ ਦੱਸ ਉਸ ਚੋਰ ਦੀ ਹਾਮਾ ਰੱਬ ਦੇ ਘਰ ਵਿੱਚ ਕਿਵੇਂ ਭਰੀ ਜਾਏਗੀ? ਜੇ ਕੋ ਪਾਵੇ ਤਿਲ ਕਾ ਮਾਨ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਇਹਦੇ ਨਾਲ ਕਿਸੇ ਨੂੰ ਸਿਰਫ ਤਿਲ ਜਿੰਨਾ ਮਾਨ ਤੇ ਮਿਲ ਸਕਦਾ ਹੈ। ਪਾਤਸ਼ਾਹ ਕਹਿੰਦੇ ਨੇ ਤਿਲ ਤੋਂ ਜ਼ਿਆਦਾ ਨਹੀਂ, ਭਾਵ ਉਹ ਇੰਨੀ ਕੁ ਵਡਿਆਈ ਦਾ ਪਾਤਰ ਤੇ ਹੋ ਸਕਦਾ ਹੈ, ਪਰ ਪਾਤਸ਼ਾਹ ਕਹਿੰਦੇ ਨੇ ਇਸ ਤੋਂ ਵੱਧ ਵਡਿਆਈਆਂ ਦਾ ਪਾਤਰ ਨਹੀਂ ਉਹ ਬਣ ਸਕਦਾ। ਕਿਉਂ? ਕਿਉਂਕਿ ਪਾਤਸ਼ਾਹ ਕਹਿੰਦੇ ਨੇ ਉਹ ਅਸਲ ਕਰਮ ਦੇ ਨਾਲ ਜੁੜਿਆ ਹੀ ਨਹੀਂ, ਉਹ ਤੇ ਸਿਰਫ ਸਵਾਰਥ ਸਿੱਧੀ ਕਰਕੇ ਨਾਲ ਜੁੜਿਆ ਸੀ ਵੀ ਇਹ ਕਰਮ ਕਰਾਂਗਾ, ਇਹਦੇ ਬਦਲੇ ਵਿੱਚ ਮੇਰੇ ਅੰਦਰ ਦੀ ਮਨ ਦੀ ਮੈਲ, ਭਾਵ ਮੇਰੇ ਸੰਸਾਰ ਦੇ ਕਰਮ ਧੁਲ ਜਾਣਗੇ ਜਿਹੜੇ ਹੁਣ ਤੱਕ ਕੀਤੇ ਨੇ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਆ ਫਿਰ ਮੈਂ ਤੈਨੂੰ ਦੱਸਾਂ। ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਤੂੰ ਕਰਨਾ ਕੀ ਹੈ? ਪਾਤਸ਼ਾਹ ਕਹਿੰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ। ਪਾਤਸ਼ਾਹ ਕਹਿੰਦੇ ਨੇ, ਸਤਿਗੁਰ ਦੇ ਉਪਦੇਸ਼ ਨੂੰ ਸੁਣ, ਸਤਿਗੁਰ ਦੇ ਉਪਦੇਸ਼ ਨੂੰ ਮੰਨ, ਤੇ ਮੰਨ ਕੇ ਸੁਣ ਕੇ ਆਪਣੇ ਮਨ ਦੇ ਅੰਦਰ ਭਾਉ ਪੈਦਾ ਕਰ, ਆਪਣੇ ਮਨ ਦੇ ਅੰਦਰ ਪ੍ਰੇਮ ਪੈਦਾ ਕਰ। ਸੁਣਨਾ ਤੇ ਮੰਨਣਾ ਤੇ ਪ੍ਰੇਮ ਪੈਦਾ ਕਰਨਾ, ਧਿਆਨ ਦੇਣਾ। ਪ੍ਰਕਰਨ ਵਾਰ-ਵਾਰ ਜਪਜੀ ਸਾਹਿਬ ਜੀ ਦੀ ਬਾਣੀ ਵਿੱਚ ਆਏਗਾ। ਸਾਧ ਸੰਗਤ, ਸੁਣਦੇ ਅਸੀਂ ਬਹੁਤ ਹਾਂ, ਐਸਾ ਨਹੀਂ ਹੈ ਵੀ ਸੁਣਦੇ ਨਹੀਂ। ਤੁਸੀਂ ਦਰਬਾਰ, ਵੱਡੇ ਵੱਡੇ ਕੀਰਤਨ ਦਰਬਾਰ ਹੋ ਰਹੇ ਨੇ, ਬਹੁਤ ਕੁਝ ਗੁਰਦੁਆਰਿਆਂ ਦੇ ਅੰਦਰ ਸਵੇਰੇ ਸ਼ਾਮ ਸੰਗਤਾਂ ਜੁੜਦੀਆਂ ਨੇ, ਘਰਾਂ ਵਿੱਚ ਇੰਨੇ ਸਾਧਨ ਨੇ, ਅਸੀਂ ਗੁਰਬਾਣੀ ਬੈਠ ਕੇ ਸੁਣਦੇ ਹਾਂ, ਪਰ ਇਹਦਾ ਮਤਲਬ ਇਹ ਨਹੀਂ ਵੀ ਸੁਣਦੇ ਨਹੀਂ, ਸੁਣਦੇ ਅਸੀਂ ਬਹੁਤ ਹਾਂ। ਪਰ ਸਾਧ ਸੰਗਤ ਜੀ, ਸੁਣਨ ਤੋਂ ਬਾਅਦ ਅਗਲਾ ਕਰਮ ਹੈ ਮੰਨਿਆ। ਅਸੀਂ ਗੁਰੂ ਦੇ ਉਪਦੇਸ਼ ਨੂੰ ਮੰਨਣ ਤੋਂ ਇਨਕਾਰੀ ਹੋ ਗਏ ਹਾਂ। ਭਾਵ ਰੱਖਣਾ, ਪ੍ਰੇਮ ਬਣਾਉਣਾ ਤੇ ਬੜੀ ਦੂਰ ਦੀ ਗੱਲ ਹੈ। ਅਜੇ ਅਸੀਂ ਜੀਵਨ ਦੇ ਅੰਦਰ ਦੂਜੇ ਸਟੈਪ ਤੇ ਨਹੀਂ ਆਏ। ਜਿੱਦਨ ਅਸੀਂ ਸੁਣ ਲਵਾਂਗੇ, ਮੰਨ ਲਵਾਂਗੇ, ਮਨ ਅੰਦਰ ਸੁਣੇ ਤੇ ਮੰਨੇ ਦੇ ਪ੍ਰਤੀ ਭਾਵ ਬਣ ਜਾਏਗਾ। ਇਹਨੂੰ ਹੀ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ, ਕਹੋ ਕਬੀਰ ਅਬ ਜਾਣਿਆ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਦੁਨੀਆ ਦੇ ਲੋਕੋ, ਮੈਂ ਜਾਣ ਲਿਆ ਵੀ ਪਰਮਾਤਮਾ ਨੂੰ ਕਿਵੇਂ ਪਾਇਆ ਜਾ ਸਕਦਾ ਹੈ। ਮੈਂ ਫੋਕਟ ਕਰਮਾਂ ਦਾ ਤਿਆਗ ਕਰ ਦਿੱਤਾ ਹੈ। ਮੈਨੂੰ ਸਮਝ ਆ ਗਈ, ਕਿਆ ਪੜੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ, ਹਰ ਕਾ ਨਾਮ ਨਾ ਜਪਸ ਗਵਾਰਾ। ਮੈਨੂੰ ਸਮਝ ਆ ਗਈ ਹੈ, ਭਲਿਆ ਤੂੰ ਰੱਬ ਦੇ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਦ੍ਰਿੜ ਨਹੀਂ ਕਰਦਾ। ਜਦੋਂ ਸਮਝ ਆ ਗਈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਹੁਣ ਮੇਰਾ ਮਨ ਭਟਕਦਾ ਨਹੀਂ ਹੈ, ਹੁਣ ਮੇਰਾ ਮਨ ਗੁਰੂ ਦੇ ਉਪਦੇਸ਼ ਵਿੱਚ ਮੰਨ ਗਿਆ। ਕਹੋ ਕਬੀਰ ਅਬ ਜਾਣਿਆ, ਜਬ ਜਾਣਿਆ ਤੋ ਮਨ ਮਾਨਿਆ, ਮਨ ਮਾਨੇ ਲੋਗ ਨਾ ਪਤੀਜੈ। ਬਸ ਸਾਧ ਸੰਗਤਾ, ਇੰਨੀ ਵੱਡੀ ਰੁਕਾਵਟ ਹੈ ਸਾਡੇ ਜੀਵਨ ਦੇ ਅੰਦਰ ਵੀ ਜੇ ਅਸੀਂ ਇਹ ਕਰਮ ਨਾ ਕੀਤਾ ਤੇ ਲੋਕ ਕੀ ਕਹਿਣਗੇ। ਅਸੀਂ ਸੱਚ ਵਿੱਚ ਧਰਮ ਬਿਲਕੁਲ ਦਿਖਾਵੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਅਸੀਂ ਧਰਮ ਦਾ ਕੋਈ ਵੀ ਕਰਮ ਕਰਨਾ ਹੈ, ਉਹ ਸਿਰਫ ਇੱਕ ਦਿਖਾਵਾ ਬਣ ਗਿਆ। ਏਡੇ ਏਡੇ ਵੱਡੇ ਕੀਰਤਨ ਆਯੋਜਨ ਕੀਤੇ ਜਾ ਰਹੇ ਨੇ ਗੁਰਦੁਆਰਿਆਂ ਦੇ ਅੰਦਰ, ਇੱਕ ਦਿਖਾਵਾ ਬਣ ਗਿਆ। ਫਲਾਣੇ ਗੁਰਦੁਆਰੇ ਵਾਲਿਆਂ ਨੇ ਇਹਨਾਂ ਰਾਗੀ ਸਿੰਘਾਂ ਨੂੰ ਬੁਲਾਇਆ ਸੀ, ਆਪਾਂ ਉਹਨਾਂ ਤੋਂ ਵੱਡੇ ਰਾਗੀ ਸਿੰਘਾਂ ਨੂੰ ਬੁਲਾਵਾਂਗੇ। ਖਿਆਲ ਕਰਿਓ, ਮੇਰੇ ਸਤਿਗੁਰ ਕੀ ਬਾਣੀ ਨੂੰ ਸੁਣਨਾ ਤੇ ਬੜੀ ਦੂਰ ਦੀ ਗੱਲ ਸੀ। ਅਸੀਂ ਸਿਰਫ ਆਏ ਰਾਗੀਆਂ ਦੇ ਨਾਲ ਸੈਲਫੀਆਂ ਲੈਣ ਵਿੱਚ ਮਸਰੂਫ ਹੋ ਗਏ। ਸਾਨੂੰ ਨਹੀਂ ਸਮਝ ਆਈ ਜੀਵਨ ਦੇ ਅਸਲ ਤੱਤ ਦੀ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਇਸੇ ਕਰਕੇ ਬਚਨ ਕਹਿ ਰਹੇ ਨੇ। ਪਾਤਸ਼ਾਹ ਕਹਿੰਦੇ ਨੇ, ਤੂੰ ਸੁਣ, ਸਤਿਗੁਰ ਦੇ ਉਪਦੇਸ਼ ਨੂੰ ਮੰਨ, ਤੇ ਸੁਣਨ ਮੰਨਣ ਤੋਂ ਬਾਅਦ ਆਪਣੇ ਮਨ ਵਿੱਚ ਭਾਵ ਪੈਦਾ ਕਰ, ਪ੍ਰੇਮ ਪੈਦਾ ਕਰ ਗੁਰੂ ਦੇ ਬਚਨਾਂ ਤੇ। ਤਾਂ ਹੀ ਗੁਰੂ ਰਾਮਦਾਸ ਜੀ ਕਹਿੰਦੇ ਨੇ, ਸਤਿਗੁਰੂ ਤੇਰੇ ਦਰ ਤੇ ਬੇਅੰਤ ਸੰਗਤਾਂ ਆਉਂਦੀਆਂ ਨੇ, ਜਿਨ੍ਹਾਂ ਨੇ ਤੇਰੇ ਅੰਮ੍ਰਿਤ ਉਪਦੇਸ਼ ਨੂੰ ਗਾਵਿਆ, ਸੁਣਿਆ। ਪਰ ਗੱਲ ਬੜੀ ਪਿਆਰੀ, ਗੁਰੂ ਤੇ ਰਾਮਦਾਸ ਪਾਤਸ਼ਾਹ ਕਹਿੰਦੇ ਨੇ,
हे मेरे मालक जी, सेवक सिख पूजन सब आवें, सब गावें हर हर उत्तम बाणी, गाविया सुनिया तिनका हर थाए पावे, जिन सतगुर की आग्या सत सत कर मानी। ਉਹਨਾਂ ਦਾ ਪ੍ਰਵਾਨ ਨੇ ਜਿਨ੍ਹਾਂ ਗੁਰੂ ਦੇ ਉਪਦੇਸ਼ ਨੂੰ ਕਮਾ ਲਿਆ ਹੈ, ਜਿਨ੍ਹਾਂ ਮੰਨ ਲਿਆ। ਗੁਰੂ ਨਾਨਕ ਸਾਹਿਬ ਅੱਜ ਕਹਿੰਦੇ ਨੇ ਫਿਰ ਕੀ ਹੋਏਗਾ? ਜਦੋਂ ਸੁਣੇਗਾ, ਜਦੋਂ ਮੰਨੇਗਾ, ਮਨ ਵਿੱਚ ਪ੍ਰੇਮ ਪੈਦਾ ਕਰ ਲੇਗਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅੰਤਰਗਤ ਤੀਰਥ ਮਲ ਨਾਓ। ਤੂੰ ਅੰਤਰਗਤ ਤੀਰਥ ਮਲ ਨਾਓ, ਆਪਣੇ ਅੰਤਰ ਆਤਮੇ ਤੀਰਥ ਤੇ ਇਸ਼ਨਾਨ ਕਰ ਲੇਗਾ। ਭਾਵ ਤੈਨੂੰ ਕਿਤੇ ਬਾਹਰ ਭਟਕਣ ਦੀ ਜ਼ਰੂਰਤ ਨਹੀਂ ਪਏਗੀ, ਉਹ ਤੀਰਥ ਤੈਨੂੰ ਤੇਰੇ ਅੰਦਰੋਂ ਹੀ ਮਿਲ ਜਾਏਗਾ। ਅੰਤਰਗਤ ਅੰਦਰ ਦੇ ਤੀਰਥ, ਤੇ ਉਹ ਕਿਹੜਾ ਤੀਰਥ ਹੈ? ਤੀਰਥ ਨਾਮਣ ਜਾਉ ਤੀਰਥ ਨਾਮ ਹੈ। ਉਹ ਨਾਮ ਦਾ ਤੀਰਥ ਹੈ ਸਾਧ ਸੰਗਤ। ਜਦੋਂ ਅੰਦਰ ਨਾਮ ਟਿਕ ਗਿਆ, ਅੰਦਰ ਪੈਦਾ ਹੋਏ ਫੁਰਨੇ ਉਹ ਫਿਰ ਸਤਿਗੁਰ ਦੇ ਸ਼ਬਦ ਦੀ ਵਿਚਾਰ ਦੇ ਨਾਲ ਸਾਫ਼ ਹੁੰਦੇ ਜਾਣਗੇ। ਮਨ ਮੈਲੇ ਪਾਸੇ ਨਹੀਂ ਦੌੜੇਗਾ, ਮਨ ਵਿਕਾਰਾਂ ਵਾਲੇ ਪਾਸੇ ਨਹੀਂ ਭੱਜੇਗਾ। ਮਨ ਨੂੰ ਸਮਝ ਆ ਜਾਏਗੀ ਤੇਰਾ ਅਸਲ ਮੂਲ ਕੀ ਹੈ, ਤੂੰ ਕਿਸ ਪਾਸੇ ਜਾਣਾ ਹੈ, ਤੂੰ ਕਿਸ ਨਾਲ ਜੁੜਨਾ ਹੈ, ਤੂੰ ਕਿਹੜੇ ਕਰਮ ਕਰਨੇ ਨੇ। ਮਨ ਨੂੰ ਜਦੋਂ ਸੋਝੀ ਆ ਗਈ, ਫਿਰ ਮਨ ਤਨ ਨੂੰ ਮਾੜੇ ਪਾਸੇ ਨਹੀਂ ਜਾਣ ਦੇਗਾ। ਇਸੇ ਕਰਕੇ ਸਤਿਗੁਰ ਕਹਿ ਰਹੇ ਨੇ ਸਭ ਗੁਣ ਤੇਰੇ ਮੇਰੇ ਦਾਤਾ। ਇਸ ਜਗਤ ਦੇ ਅੰਦਰ ਸਾਰੇ ਗੁਣ ਤੇਰੇ ਹੀ ਪੈਦਾ ਕੀਤੇ ਹੋਏ ਨੇ, ਮੈਂ ਨਾ ਹੀ ਕੋਈ। ਇਹ ਜਿੰਨੇ ਗੁਣ ਮੇਰੇ ਅੰਦਰ ਨੇ ਸਤਿਗੁਰ ਜੀ, ਮੈਂ ਜੇ ਆਖਾਂ ਵੀ ਇਹਨਾਂ ਗੁਣਾਂ ਦੀ ਪੈਦਾਇਸ਼ ਮੇਰੇ ਕਰਕੇ ਹੋਈ ਏ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਨਹੀਂ ਸਤਿਗੁਰੂ, ਇਹ ਤੇਰੇ ਪੈਦਾ ਕੀਤੇ ਹੋਏ ਗੁਣ ਨੇ। ਸਾਧ ਸੰਗਤ ਇਹ ਉਹਨੂੰ ਹੀ ਸਮਝ ਆ ਸਕਦੀ ਜਿਹੜਾ ਗੁਰੂ ਨਾਲ ਜੁੜ ਜਾਏ। ਨਹੀਂ ਤੇ ਬੰਦਾ ਤੇ ਆਵਾਜ਼ ਮਾਰ ਕੇ ਕਹਿੰਦਾ ਹਮ ਕੀਆ ਹਮ ਕਰਾਂਗੇ, ਹਮ ਮੂਰਖ ਗਵਾਰ, ਕਰਨੇ ਵਾਲਾ ਵਿਸਰਿਆ, ਦੂਜੇ ਭਾਏ ਪਿਆਰ। ਕਰਨ ਵਾਲਾ ਕਰਤਾਰ ਵਿਸਰ ਗਿਆ, ਅੰਦਰੋਂ ਨਿਕਲ ਗਿਆ। ਪਰ ਪਾਤਸ਼ਾਹ ਕਹਿੰਦੇ ਨੇ ਸਭ ਗੁਣ ਤੇਰੇ ਮੈਂ ਨਾ ਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਤੇਰੇ ਗੁਣਾਂ ਦੀ ਕਮਾਈ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਭਗਤੀ ਦਾ ਇੱਕੋ ਹੀ ਜ਼ਰੀਆ ਹੈ ਤੇਰੇ ਗੁਣਾਂ ਦੀ ਕਮਾਈ। ਜਿਨ੍ਹਾਂ ਤੇਰੇ ਗੁਣ ਕਮਾ ਲਏ ਨੇ, ਅਸਲ ਵਿੱਚ ਸਤਿਗੁਰ ਤੇਰੇ ਗੁਣਾਂ ਨਾਲ ਜੁੜਨਾ ਹੀ ਤੇ ਭਗਤੀ ਹੈ। ਜਿਸ ਦਿਨ ਤੇਰੇ ਗੁਣਾਂ ਨਾਲ ਜੁੜ ਜਾਵਾਂਗੇ, ਉਹ ਅਸਲ ਵਿੱਚ ਭਗਤੀ ਹੋਏਗੀ। ਅਸੀਂ ਤੇ ਬਾਹਰਮੁਖੀ ਭਗਤੀ ਨੂੰ ਜ਼ੋਰ ਦੇ ਦਿੱਤਾ ਹੈ। ਤੀਰਥਾਂ ਤੇ ਜਾਣਾ, ਵਰਤ ਰੱਖਣੇ, ਵਰਤ ਪੂਜਾ ਕਰਨੀ, ਬਹੁਤ ਸਾਧਨ ਨੇ। ਪਰ ਸਾਧ ਸੰਗਤ ਜੀ, ਅਸਲ ਤੀਰਥ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਤੂੰ ਭਗਤੀ ਕਰਨੀ ਹੈ ਤੇ ਗੁਰੂ ਦੇ ਗੁਣਾਂ ਦੀ ਕਮਾਈ ਕਰ, ਕਿਉਂਕਿ ਬਿਨਾਂ ਗੁਣਾਂ ਤੋਂ ਭਗਤੀ ਨਹੀਂ ਹੋ ਸਕਦੀ। ਵਿਣ ਗੁਣ ਕੀਤੇ ਭਗਤ ਨਾ ਹੋਏ। ਭਗਤੀ ਗੁਣਾਂ ਦੇ ਨਾਲ ਹੀ ਹੈ। ਇੰਜ ਕਹਿ ਲੋ ਗੁਣਾਂ ਨਾਲ ਜੁੜਨਾ ਹੀ ਭਗਤੀ ਹੈ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਸਵਸਤ ਆਤ ਬਾਣੀ ਬਰਮਾਓ। ਸਵਸਤ ਦੇ ਆਖਰੀ ਅਰਥ ਨੇ ਜਦੋਂ ਕਿਸੇ ਤੋਂ ਬਾਰਨੇ ਬਲਿਹਾਰਨੇ ਜਾਈਏ, ਇਸ ਲਈ ਸ਼ਬਦ ਵਰਤਿਆ ਜਾਂਦਾ ਹੈ ਸਵਸਤ। ਜਾਂ ਇੰਜ ਕਹਿ ਲੋ ਵੀ ਆਸਰਾ, ਟੇਕ। हे ਸਤਿਗੁਰ ਜੀ, ਸਾਨੂੰ ਤੇਰੀ ਟੇਕ ਹੈ। ਤੂੰ ਹੀ ਆਤ ਮਾਇਆ ਹੈ, ਤੂੰ ਹੀ ਬਾਣੀ ਹੈ, ਭਾਵ ਸ਼ਬਦ ਪਸਾਰਾ ਤੂੰ ਹੀ ਹੈ। ਬਰਮਾਓ, हे ਸਤਿਗੁਰ ਜੀ, ਬ੍ਰਹਮਾ ਵੀ ਤੂੰ ਹੀ ਹੈ, ਭਾਵ ਤੇਰੇ ਤੋਂ ਅਲੱਗ ਕੋਈ ਵੀ ਇਹਨਾਂ ਵਿੱਚੋਂ ਹਸਤੀ ਨਹੀਂ। हे ਮੇਰੇ ਸਤਿਗੁਰ ਜੀ, ਤੇਰੇ ਆਸਰੇ ਵਿੱਚ ਸਾਰਾ ਜਗਤ, ਇਹ ਮਾਇਆ ਰੂਪੀ, ਇਹ ਵੀ ਸਭ ਤੇਰੀ ਆਪਣੀ ਪੈਦਾ ਕੀਤੀ ਹੈ, ਤੂੰ ਆਪ ਹੀ ਹੈ। ਜਦੋਂ ਕੋਈ ਸਤਿਗੁਰ ਦੇ ਗੁਣਾਂ ਨਾਲ ਜੁੜ ਜਾਏ, ਫਿਰ ਸਮਝ ਆ ਜਾਂਦੀ ਹੈ ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੇ ਤੂੰ ਹੈ। ਅਸਲ ਵਿੱਚ हे ਮੇਰੇ ਮਾਲਕ ਜੀ, ਬ੍ਰਹਮਾ ਤੇ ਤੂੰ ਹੈ। ਬ੍ਰਹਮਾ ਦਾ ਮਤਲਬ ਹੈ ਬ੍ਰਹਮਾ ਪੈਦਾ ਕਰਨ ਵਾਲਾ, ਇਸ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਤੂੰ ਹੈ ਸਤਿਗੁਰ ਜੀ। ਸਤ ਸੁਹਾਨ ਸਦਾ ਮਨ ਚਾਓ, ਜਿਹਨੂੰ ਸੋਝੀ ਆ ਜਾਏ ਫਿਰ ਉਹਨੂੰ ਸਮਝ ਆ ਜਾਂਦੀ ਕਿ ਤੂੰ ਸਦੀਵੀ ਹੈ, ਸਦਾ ਅਟਲ ਰਹਿਣ ਵਾਲਾ ਹੈ, ਤੂੰ ਕਦੇ ਨਾਸ਼ ਨਹੀਂ ਹੁੰਦਾ, ਤੂੰ ਹਾਜ਼ਰ ਨਾਜ਼ਰ ਹੈ। ਸਤ ਸੁਹਾਨ, ਤੂੰ ਸੁੰਦਰ ਹੈ, ਖੂਬਸੂਰਤ ਹੈ। ਪਾਤਸ਼ਾਹ ਤੇਰੇ ਵਰਗਾ ਕੋਈ ਨਹੀਂ। ਸਦਾ ਮਨ ਚਾਓ, ਤੂੰ ਸਦਾ ਚਾਓ ਵਿੱਚ ਰਹਿਣ ਵਾਲਾ ਹੈ, ਸਦਾ ਖੇੜੇ ਵਿੱਚ ਰਹਿਣ ਵਾਲਾ ਹੈ। ਕਵਨ ਸੁਵੇਲਾ ਵਕਤ ਕਵਨ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਉਹ ਕਿਹੜਾ ਵੇਲਾ ਹੈ, ਵਕਤ ਕਵਨ, ਉਹ ਕਿਹੜਾ ਵਕਤ ਸੀ। ਕਵਨ ਥਿਤ, ਉਹ ਕਿਹੜੀ ਥਿਤੀ ਸੀ, ਤਰੀਕ ਸੀ। ਕਵਨ ਵਾਰ, ਉਹ ਕਿਹੜਾ ਮਹੀਨਾ ਸੀ। ਕਵਨ ਸ਼ਰੁਤੀ, ਉਹ ਕਿਹੜੀ ਰੁੱਤ ਸੀ। ਮਾਹ ਕਵਨ, ਉਹ ਕਿਹੜਾ ਮਹੀਨਾ ਸੀ। ਜਿਤ ਹੋਆ ਆਕਾਰ। ਸਤਿਗੁਰ ਜਦੋਂ ਤੂੰ ਸਾਰੀ ਸ੍ਰਿਸ਼ਟੀ ਦਾ ਪਸਾਰਾ ਬਣਾਇਆ। ਅੱਜ ਸਾਧ ਸੰਗਤ ਸਾਇੰਸਦਾਨ ਇਸ ਗੱਲ ਦੇ ਉੱਪਰ ਬੜਾ ਜ਼ੋਰ ਲਾ ਰਹੇ ਨੇ ਕਿ ਸ੍ਰਿਸ਼ਟੀ ਦੀ ਉਤਪਤੀ ਦਾ ਪਤਾ ਲੱਗ ਜਾਏ ਵੀ ਸ੍ਰਿਸ਼ਟੀ ਕਿਵੇਂ ਪੈਦਾ ਹੋਈ। ਉਸੇ ਢੰਗ ਦੇ ਨਾਲ ਐਕਸਪੈਰੀਮੈਂਟ ਕਰ ਰਹੇ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਦਾਤਾਰ ਪਿਤਾ,
उस वेले दा, उस वक्त दा, उस तरीक दा, उस महीने दा, उन्हां रुੱਤਾਂ ਦਾ, उस समय ਦਾ हे ਮੇਰੇ ਮਾਲਕ ਜੀ ਕਿਸੇ ਨੂੰ ਭੇਦ ਨਹੀਂ ਜਦੋਂ ਤੂੰ ਆਕਾਰ ਵਿੱਚ ਆਇਆ। ਤਾਂ ਹੀ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਦਾਤਾ ਕਰਤਾ ਆਪ ਤੂੰ ਆਪ ਹੀ ਦਾਤਾ ਹੈ, ਆਪ ਹੀ ਕਰਤਾ ਹੈ। ਇਹ ਸਤਿਗੁਰ ਜੀ ਸ੍ਰਿਸ਼ਟੀ ਨੂੰ ਹੋਂਦ ਵਿੱਚ ਲਿਆਉਣ ਵਾਲਾ ਤੂੰ ਹੈ। ਇਹ ਬੰਦੇ ਦੇ ਮੱਤ ਤੋਂ ਬੜੀਆਂ ਉੱਚੀਆਂ ਗੱਲਾਂ ਨੇ, ਇਹ ਬਿਸ਼ਮਾਤ ਦੀਆਂ ਗੱਲਾਂ ਨੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰੇ ਮਾਲਕ ਜੀ ਉਹਨਾਂ ਸਮਿਆਂ ਦਾ ਕਿਸੇ ਨੂੰ ਪਤਾ ਨਹੀਂ, ਵੇਲ ਨਾ ਪਾਈਆ ਪੰਡਤੀ, ਉਸ ਵੇਲੇ ਦਾ ਪੰਡਤ ਨੂੰ ਵੀ ਪਤਾ ਨਹੀਂ। ਪੰਡਤ ਜੋਤਿਸ਼ ਦੇ ਆਧਾਰ ਤੇ ਬਹੁਤ ਕੁਝ ਦੱਸਦਾ ਹੈ, ਇੱਥੋਂ ਤੱਕ ਦੱਸ ਦਿੰਦਾ ਹੈ ਤੇਰੇ ਆਉਣ ਵਾਲੇ ਸਮੇਂ ਜੀਵਨ ਵਿੱਚ ਕੀ ਕੁਝ ਹੋਏਗਾ। ਜੋਤਿਸ਼ ਦੇ ਆਧਾਰ ਤੇ ਬੰਦੇ ਨੂੰ ਦੱਸ ਦਿੰਦਾ ਹੈ, ਪਰ ਖਿਆਲ ਕਰਿਓ ਕੁਦਰਤ ਵਿੱਚ ਇੰਨਾ ਕੁਝ ਵਾਪਰਦਾ ਹੈ, ਇੰਨਾ ਕੁਝ ਕੁਦਰਤ ਵਿੱਚ ਹੋ ਜਾਂਦਾ ਹੈ। ਕੁਦਰਤੀ ਆਪਦਾਵਾਂ ਆਉਂਦੀਆਂ ਨੇ, ਅੱਜ ਤੱਕ ਜੋਤਿਸ਼ ਕਦੇ ਨਹੀਂ ਬੋਲ ਸਕਿਆ, ਕਦੇ ਨਹੀਂ ਦੱਸ ਸਕਿਆ ਵੀ ਇਹ ਕੁਝ ਹੋਣ ਵਾਲਾ ਹੈ ਤੇਰੇ ਜੀਵਨ ਵਿੱਚ, ਬੰਦਿਆ ਸੰਭਲ ਜਾ। ਇੰਨੇ ਹੜ੍ਹ ਆ ਜਾਂਦੇ ਨੇ ਸਾਧ ਸੰਗਤ ਜੀ ਹਰ ਸਾਲ, ਇੰਨੇ ਭੂਚਾਲ ਆਉਂਦੇ ਨੇ ਹਰ ਸਾਲ, ਪਰ ਇੰਨੀਆਂ ਜੀਵਨ ਖਤਮ ਹੋ ਜਾਂਦੇ ਨੇ ਇਹਨਾਂ ਕੁਦਰਤੀ ਆਪਦਾਵਾਂ ਦੇ ਵਿੱਚ। ਜੋਤਿਸ਼ ਅੱਜ ਤੱਕ ਨਹੀਂ ਸੱਚ ਦੱਸ ਸਕਿਆ, ਪਰ ਇਹ ਵੀ ਸੱਚ ਹੈ ਸਾਧ ਸੰਗਤ ਕਿ ਜੋਤਿਸ਼ ਬੰਦੇ ਨੂੰ ਫੜ ਕੇ ਕਹਿੰਦਾ, ਆ ਮੈਂ ਤੈਨੂੰ ਦੱਸਾਂ ਤੇਰੇ ਜੀਵਨ ਵਿੱਚ ਕੱਲ ਨੂੰ ਕੀ ਹੋਣਾ ਹੈ, ਪਰਸੋਂ ਨੂੰ ਕੀ ਹੋਣਾ ਹੈ। ਅਸਲ ਵਿੱਚ ਇਹ ਸਭ ਝੂਠ ਹੈ, ਇਹ ਸਭ ਇੱਕ ਕਾਰੋਬਾਰ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਵੇਲ ਨਾ ਪਾਈਆ ਪੰਡਤੀ। ਇਹ ਸਤਿਗੁਰ ਜੀ ਪੰਡਤ ਵੀ ਉਸ ਵੇਲੇ ਨੂੰ ਨਹੀਂ ਦੱਸ ਸਕੇ ਜੇ ਹੋਵੇ ਲੇਖ ਪੁਰਾਨ, ਜੇ ਉਹਨਾਂ ਨੂੰ ਸਮਝ ਹੋਵੇ। ਤੇ ਸਤਿਗੁਰ ਜੀ ਜਿੱਥੇ ਇੰਨੀ ਪੁਰਾਨ ਲਿਖੀ ਗਈ ਹੈ, ਉੱਥੇ ਇੱਕ ਪੁਰਾਨ ਹੋਰ ਲਿਖ ਦਿੱਤੀ ਜਾਂਦੀ, ਜਿੰਦੇ ਵਿੱਚ ਇਸ ਗੱਲ ਦਾ ਉਲੇਖ ਕੀਤਾ ਜਾਂਦਾ ਕਿ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਕਿਵੇਂ ਰਚਿਆ, ਕਿਹੜੇ ਸਮੇਂ ਰਚਿਆ, ਉਹ ਕਿਦੋਂ ਦਾ ਸਮਾਂ ਸੀ, ਕਿਹੜੀ ਰੁੱਤ ਸੀ, ਕਿਹੜਾ ਮਹੀਨਾ ਸੀ, ਕਿਹੜਾ ਸਾਲ ਸੀ। ਕੁਝ ਵੀ ਸਤਿਗੁਰ ਕਹਿੰਦੇ ਨੇ ਜੇ ਪੰਡਤ ਨੂੰ ਪਤਾ ਹੁੰਦਾ ਤੇ ਇਹਦੇ ਤੇ ਵੀ ਉਹ ਇੱਕ ਪੁਰਾਨ ਲਿਖ ਦਿੰਦਾ। ਵਕਤ ਨਾ ਪਾਇਓ ਕਾਦੀਆਂ, ਸਭ ਕਹਿੰਦੇ ਨੇ ਕਾਦੀ ਨੂੰ ਨਹੀਂ ਪਤਾ ਕਿ ਉਹ ਵਕਤ ਕਿਹੜਾ ਸੀ। ਜੇ ਲਿਖਣ ਲੇਖ ਕੁਰਾਨ, ਜੇ ਉਹਨੂੰ ਵੀ ਭੇਤ ਹੋ ਜਾਂਦਾ ਤੇ ਸਤਿਗੁਰ ਜੀ ਜਿੱਥੇ ਕੁਰਾਨ ਦੀਆਂ ਇੰਨੀਆਂ ਆਇਤਾਂ ਲਿਖੀਆਂ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਉੱਥੇ ਕੁਰਾਨ ਦੇ ਵਿੱਚ ਇੱਕ ਆਇਤ ਇਹ ਵੀ ਲਿਖ ਦਿੱਤੀ ਜਾਂਦੀ ਕਿ ਪਰਮਾਤਮਾ ਅਕਾਲ ਪੁਰਖ ਦੀ ਹੋਂਦ ਕਿਦੋਂ ਹੋਈ, ਉਹਨੇ ਕਿਦੋਂ ਸ੍ਰਿਸ਼ਟੀ ਨੂੰ ਰਚਿਆ, ਉਹਨੇ ਕਿਦੋਂ ਸ੍ਰਿਸ਼ਟੀ ਨੂੰ ਬਣਾਇਆ। ਇਹਦਾ ਮਤਲਬ ਇਹ ਸਭ ਕਹਿੰਦੇ ਨੇ ਇਹ ਭੇਦ ਹੈ ਮੇਰੇ ਮਾਲਕ ਜੀ ਕੋਈ ਨਹੀਂ ਪਾ ਸਕਿਆ। ਔਰ ਸੱਚ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤੇ ਇੱਕੋ ਹੀ ਸ਼ਬਦ ਵਰਤਿਆ ਹੈ। ਕੱਲ ਵੀ ਆਪਾਂ ਸ਼ਬਦ ਸਾਂਝਾ ਕੀਤਾ ਸੀ, ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਜ ਲਗਾਏਂਦਾ। ਸਾਹਿਬ ਕਹਿੰਦੇ ਨੇ ਉਦੋਂ ਵੀ ਤੂੰ ਸੈਂ ਜਦੋਂ ਤੂੰ ਇਹ ਸਾਰਾ ਪਸਾਰਾ ਤਣਿਆ ਕੀਤਾ ਪਸਾਓ, ਏਕੋ ਕਵਾਓ, ਉਦੋਂ ਵੀ ਤੂੰ ਸੈਂ। ਇਹ ਮੇਰੇ ਮਾਲਕ ਜੀ ਅੱਜ ਵੀ ਤੂੰ ਹੈ, ਤੇ ਜਿਦਨ ਕੁਝ ਨਹੀਂ ਹੋਏਗਾ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਤਿਗੁਰੂ ਤੇਰੀ ਸੱਤਾ ਉਦਨ ਵੀ ਸੰਸਾਰ ਵਿੱਚ ਹੋਏਗੀ। ਪਾਤਸ਼ਾਹ ਜੀ ਇਸੇ ਕਰਕੇ ਕਹਿ ਰਹੇ ਨੇ, ਥਿਤ ਵਾਰ ਨਾ ਜੋਗੀ ਜਾਣੇ। ਸਤਿਗੁਰੂ ਜੋਗੀ ਬੜੇ ਦਾਅਵੇ ਕਰਦੇ ਨੇ, ਪਰ ਉਹ ਵੀ ਨਾ ਜਾਣ ਸਕੇ ਉਹ ਥਿੱਤੀ ਵਾਰ ਕਿਹੜੀ ਹੈ। ਰੁੱਤ ਮਾਹ ਨਾ ਕੋਈ ਕਿ ਕਿਹੜੀ ਮਾਹ ਮਹੀਨਾ ਕਿਹੜੀ ਰੁੱਤ ਸੀ। ਸਤਿਗੁਰੂ ਕਹਿੰਦੇ ਨੇ, ਜਾਂ ਕਰਤਾ ਸ੍ਰਿਸ਼ਟੀ ਕੋ ਸਾਜੇ। ਜਦੋਂ ਉਸ ਕਰਤੇ ਨੇ ਇਸ ਸ੍ਰਿਸ਼ਟੀ ਨੂੰ ਪੈਦਾ ਕੀਤਾ, ਇਸ ਸ੍ਰਿਸ਼ਟੀ ਨੂੰ ਸਾਜਿਆ, ਆਪੇ ਜਾਣੇ ਸੋਈ। ਇਸ ਸ੍ਰਿਸ਼ਟੀ ਦੀ ਉਤਪਤੀ ਬਾਰੇ ਉਹ ਕਰਤਾ ਪਰਮਾਤਮਾ ਆਪ ਜਾਣਦਾ ਹੈ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਿਮ ਕਰ ਆਖਾਂ, ਸਤਿਗੁਰ ਮੈਂ ਕਿਵੇਂ ਬਿਆਨ ਕਰਾਂ, ਹੈ ਮੇਰੇ ਕੋਲ ਜੁਗਤ ਨਹੀਂ, ਕਿਵੇਂ ਸਲਾਹ ਹੀ ਮੈਂ ਕਿਵੇਂ ਤੇਰੀ ਸਲਾਹ ਨਾ ਕਰਾਂ। ਕਿਉਂਕਿ ਸਲਾਹ ਵੀ ਮੈਂ ਤਾਂ ਕਰ ਸਕਣਾ ਤੇਰੀ ਪੂਰਨ ਤੌਰ ਤੇ ਜੇ ਮੈਂ ਤੈਨੂੰ ਪੂਰਨ ਤੌਰ ਤੇ ਜਾਣ ਲਵਾਂ। ਸਤਿਗੁਰ ਮੈਂ ਤੇ ਤੇਰੀ ਕੁਦਰਤ ਦੇ ਅੰਦਰੋਂ ਇੱਕ ਤਿਲ ਜਿੰਨੀ ਗੱਲ ਵੀ ਬਿਆਨ ਨਹੀਂ ਕਰ ਸਕਦਾ। ਤੂੰ ਤੇ ਇੰਨਾ ਬੇਅੰਤ ਹੈ, ਜੋ ਮੈਂ ਅੱਜ ਕਹਿਣਾ ਤੇਰੀ ਕੁਦਰਤ ਬਾਰੇ ਸਤਿਗੁਰ ਜੀ ਕੱਲ ਨੂੰ ਮੇਰਾ ਕਹਿਆ ਹੋਇਆ ਮਿਥਿਆ ਹੋ ਜਾਂਦਾ ਹੈ। ਕਿਉਂਕਿ ਤੇਰੀ ਕੁਦਰਤ ਦਾ ਵਿਸਤਾਰ ਨਿਤਾਂ ਪ੍ਰਤੀ ਹੋ ਰਿਹਾ ਹੈ, ਨਿਤਾਂ ਪ੍ਰਤੀ ਹੋ ਰਿਹਾ ਹੈ। ਇਸ ਕਰਕੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਕਿਉਂ ਵਰਨੀ ਕਿਵ ਜਾਣਾ। ਸਤਿਗੁਰ ਮੈਂ ਤੇਰੇ ਤੋਂ ਕਿਵੇਂ ਕੁਰਬਾਨ ਜਾਵਾਂ। ਸਤਿਗੁਰ ਜੀ ਮੈਂ ਕਿਵੇਂ ਬਿਆਨ ਕਰਾਂ, ਕਿਵੇਂ ਵਰਣਨ ਕਰਾਂ, ਕਿਵੇਂ ਮੈਂ ਦੱਸਾਂ, ਕਿਵੇਂ ਜਾਣਾ ਵੀ ਤੂੰ ਕਿੱਡਾ ਵੱਡਾ ਹੈ। ਪਾਤਸ਼ਾਹ ਕਹਿੰਦੇ, ਨਾਨਕ ਆਖਣ ਸਭ ਕੋ ਆਖੇ। ਨਾਨਕ ਜੀ ਉਹ ਪਰਿਪੂਰਨ ਪਰਮਾਤਮਾ ਦੇ ਬਾਰੇ ਹਰ ਕੋਈ ਆਖ ਰਿਹਾ ਹੈ, ਸਭ ਕੋਈ ਆਖ ਰਹੇ ਨੇ। ਇੱਕ ਤੋਂ ਇੱਕ ਸਿਆਣਾ ਬਣ ਕੇ ਉਹਨੂੰ ਬਿਆਨ ਕਰ ਰਹੇ ਨੇ।
ਕੋਈ ਕਹਿੰਦਾ ਮੈਂ ਸਿਆਣਾ ਮੇਰੀ ਗੱਲ ਮੰਨੋ, ਦੂਜੇ ਧਰਮ ਦਾ ਬੰਦਾ ਕਹਿੰਦੇ ਅਸੀਂ ਸਿਆਣੇ ਆ ਸਾਡੀ ਗੱਲ ਮੰਨੋ, ਤੀਜੇ ਧਰਮ ਦਾ ਇਨਸਾਨ ਕਹਿੰਦਾ ਸਾਡੀ ਗੱਲ ਮੰਨੋ ਅਸੀਂ ਸਿਆਣੇ ਆ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਬਾ ਕਮਾਲ ਦੇ ਬੋਲ ਬਾਬੇ ਨਾਨਕ ਦੇ। ਸਤਿਗੁਰ ਕਹਿੰਦੇ ਨੇ ਇੱਕ ਤੋਂ ਇੱਕ ਸਿਆਣਾ ਬਣ ਕੇ ਵਰਣਨ ਕਰ ਰਿਹਾ ਹੈ, ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਵੱਡਾ ਸਾਹਿਬ ਉਹ ਪਰਮਾਤਮਾ ਬੇਅੰਤ ਹੈ, ਬਹੁਤ ਵੱਡਾ ਹੈ, ਉਹਦੇ ਜਿੱਡਾ ਕੋਈ ਨਹੀਂ ਵੱਡੀ ਨਾਈ, ਉਹਦਾ ਨਾਮ ਬਹੁਤ ਬੇਅੰਤ ਹੈ। ਕੀਤਾ ਜਾ ਕਾ ਹੋਵੇ, ਜਿੰਦਾ ਕੀਤਾ ਹੋਇਆ ਇਹ ਸਭ ਕੁਝ ਚੱਲ ਰਿਹਾ ਹੈ, ਸਭ ਕੁਝ ਹੋ ਰਿਹਾ ਹੈ, ਉਹਦੇ ਭਾਣੇ ਅੰਦਰ, ਉਹਦੀ ਰਜ਼ਾ ਅੰਦਰ, ਉਹਦੇ ਹੁਕਮ ਅੰਦਰ ਇਹ ਸਭ ਕੁਝ ਚੱਲ ਰਿਹਾ ਹੈ। ਨਾਨਕ ਜੇ ਕੋ ਆਪੋ ਜਾਣੇ, ਹੈ ਨਾਨਕ ਜੀ ਜੇਕਰ ਕੋਈ ਮਨੁੱਖ ਆਪਣੇ ਆਪ ਨੂੰ ਜਾਣ ਲਏ ਆਪ ਅੱਗੇ ਗਿਆ ਨਾ ਸੋ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਜੇ ਕੋ ਆਪੋ ਜਾਣੇ, ਧਿਆਨ ਦੇਣਾ, ਆਪੋ ਜਾਣੇ ਦਾ ਮਤਲਬ ਹੈ ਆਪੋ ਆਪਣੇ ਆਪ ਤੋਂ, ਆਪਣੀ ਅਕਲ ਦੇ ਬਲ ਤੋਂ। ਜੇ ਕੋਈ ਆਪਣੀ ਅਕਲ ਦੇ ਬਲ ਤੋਂ ਬਿਆਨ ਵੀ ਕਰ ਦੇ ਵੀ ਨਹੀਂ ਪਰਮਾਤਮਾ ਐਸਾ ਹੈ, ਉਹਦੀ ਹੋਂਦ ਇਸ ਢੰਗ ਨਾਲ ਹੋਈ, ਇਸ ਢੰਗ ਨਾਲ ਬਣਿਆ, ਤੇ ਪਾਤਸ਼ਾਹ ਕਹਿੰਦੇ ਨੇ ਅੱਗੇ ਗਿਆ ਨਾ ਸੋ ਹੈ। ਅਕਾਲ ਪੁਰਖ ਦੇ ਦਰ ਤੇ ਜਦੋਂ ਜਾਂਦਾ ਏ ਸਤਿਗੁਰ ਕਹਿੰਦੇ ਨੇ ਸ਼ੋਭਦਾ ਨਹੀਂ, ਉਹ ਚੰਗਾ ਨਹੀਂ ਲੱਗਦਾ, ਉੱਥੇ ਉਹਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ, ਕਿਉਂਕਿ ਉਸ ਪਰਿਪੂਰਨ ਪਰਮਾਤਮਾ ਦੇ ਅਸਲ ਸੱਚ ਤੱਥ ਨੂੰ ਬਿਆਨ ਨਹੀਂ ਕਰ ਸਕਿਆ। ਉਹ ਤੇ ਲੋਕਾਂ ਦੀ ਵਡਿਆਈ ਲੈਣ ਦੇ ਲਈ, ਲੋਕਾਂ ਦੀ ਸ਼ੋਭਾ ਲੈਣ ਦੇ ਲਈ ਫੋਕਟ ਹੀ ਆਪਣੀ ਮਨ ਤੋਂ ਬਣਾਏ ਬਚਨਾਂ ਨੂੰ ਸੰਸਾਰ ਦੇ ਸਾਹਮਣੇ ਰੱਖਦਾ ਰਿਹਾ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਅਖੀਰਲਾ ਸੱਚ ਇਹ ਹੈ ਕਿ ਦਾਤਾਰ ਪਿਤਾ ਤੇਰੀਆਂ ਵਡਿਆਈਆਂ ਨੂੰ ਵਰਣਨ ਨਹੀਂ ਕੀਤਾ ਜਾ ਸਕਦਾ। ਕਿਵੇਂ ਬਿਆਨ ਕਰੀਏ, ਕਿਉਂਕਿ ਉਹ ਤਾਂ ਬਿਆਨ ਕੀਤੀਆਂ ਜਾ ਸਕਦੀਆਂ ਨੇ ਜੇ ਕੋਈ ਤੇਰੇ ਜਿੰਨਾ ਵੱਡਾ ਹੋਵੇ, ਕੋਈ ਤੇਰੇ ਜਿੰਨਾ ਵੱਡਾ ਹੋਏਗਾ ਤੇ ਬਿਆਨ ਕਰੇਗਾ। ਇਸੇ ਕਰਕੇ ਬਾਬਾ ਨਾਨਕ ਜੀ ਕਹਿੰਦੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਿਆ ਨਾ ਸੋ ਹੈ। ਜੇ ਕੋਈ ਆਪਣੇ ਆਪੇ ਨੂੰ ਬਿਆਨ ਵੀ ਕਰੇ ਕਿ ਮੈਂ ਸਹੀ ਹਾਂ, ਮੈਂ ਜੋ ਕਹਿ ਰਿਹਾ ਸੱਚ ਹੈ, ਸਤਿਗੁਰ ਕਹਿੰਦੇ ਨੇ ਨਹੀਂ, ਉਹ ਮੇਰੇ ਮਾਲਕ ਤੇਰੇ ਦਰ ਤੇ ਕਦੀ ਸ਼ੋਭਦਾ ਨਹੀਂ, ਕਿਉਂਕਿ ਉਹਦੀ ਵਿਚਾਰ ਪ੍ਰਮਾਣਿਕ ਨਹੀਂ, ਉਹਦੀ ਵਿਚਾਰ ਸਿਰਫ ਉਹਦੀ ਅਕਲ ਦੇ ਬੇਸ ਤੇ ਹੈ, ਮਤ ਦੇ ਆਧਾਰ ਤੇ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੈ ਮੇਰੇ ਮਾਲਕ ਤੂੰ ਬੇਅੰਤ ਹੈ। ਬੰਦਾ ਫੋਕਟ ਕਰਮ ਕਰਦਾ ਹੈ, ਉਹਨਾਂ ਦਾ ਮਾਣ ਅਹੰਕਾਰ ਆਪਣੇ ਮੋਢਿਆਂ ਤੇ ਚੁੱਕੀ ਫਿਰਦਾ ਹੈ, ਧਾਰਮਿਕ ਗ੍ਰੰਥਾਂ ਦੇ ਅੰਦਰ ਬਹੁਤ ਕੁਝ ਬਿਆਨ ਕਰਦਾ ਹੈ, ਪਰ ਉਹਨੂੰ ਆਪ ਮੰਨਣ ਦੇ ਲਈ ਤਿਆਰ ਨਹੀਂ। ਸਤਿਗੁਰ ਕਹਿੰਦੇ ਨੇ ਤੂੰ ਸੁਣ, ਮਨ ਤੇ ਆਪਣੇ ਅੰਦਰ ਭਾਵਨਾ ਪੈਦਾ ਕਰ, ਪਿਆਰ ਪੈਦਾ ਕਰ, ਫਿਰ ਤੈਨੂੰ ਸਤਿਗੁਰ ਦੀ ਇਸ ਬੇਅੰਤਤਾਈ ਦੀ ਸੋਝੀ ਪ੍ਰਾਪਤ ਹੋਏਗੀ। ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਇਸ ਪਾਵਨ ਪੌੜੀ ਨੂੰ ਸਮਝਣ ਦੀ ਦਾਤ ਆਪਣੇ ਚਰਨਾਂ ਵਿੱਚੋਂ ਬਖਸ਼ ਦੇਣ। ਹੋਈਆਂ ਗਲਤੀਆਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ।